मैं इत्थे आई, मैं एक्चुअली जब बठिंडा रह रही सी, मैं आई हुई सी न्यूजीलैंड तो मैं बठिंडा भी ਜਿਹੜੇ ਪ੍ਰੋਟੈਸਟ ਹੋ ਰਹੇ ਸੀਗੇ, नो डाउट ਉਹ ਹਾਰਟ ਟੱਚਿੰਗ ਚੀਜ਼ ਤੁਹਾਨੂੰ ਹੈ ਨਾ, when you have those roots ਤਾਂ ਤੁਹਾਨੂੰ ਉਹ ਚੀਜ਼ ਹਮੇਸ਼ਾ ਹਿੱਟ ਕਰਦੀ ਹੈ ਨਾ। ਤਾਂ I was a part there as well in ਬਠਿੰਡਾ। ਮੈਂ ਬਠਿੰਡਾ ਨੂੰ ਬਿਲੋਂਗ ਕਰਦੀ ਹਾਂ ਤੇ ਜਦੋਂ ਇੱਥੇ ਹੋਣਾ ਸ਼ੁਰੂ ਹੋਇਆ ਤਾਂ I came after like 2 days ਤੇ ਮੈਂ ਉਦੋਂ ਤੋਂ ਇੱਥੇ ਵੀ ਹਾਂ ਤੇ ਹੁਣ ਨਿਊਜ਼ੀਲੈਂਡ ਜਾਣ ਦਾ ਹਾਲੇ ਤੱਕ ਕੋਈ ਇਰਾਦਾ ਨਹੀਂ ਹੈਗਾ। जब तक प्रोटेस्ट हो तक ਮੈਨੂੰ ਪਤਾ ਸੋ ਬੇਸਿਕਲੀ ਤੁਸੀਂ ਜਦੋਂ ਉੱਥੇ ਜਾਣਾ ਤੇ ਤੁਸੀਂ ਪਰਮਨੈਂਟ ਰਹਿਣ ਲਈ ਕੋਸ਼ਿਸ਼ ਕਰੋਗੇ, ਲੇਕਿਨ ਹਾਲ ਦੀ ਘੜੀ ਤੁਸੀਂ ਕੈਂਸਲ ਕਰਨ ਦਾ ਮੁੱਖ ਕਾਰਨ ਇਸ ਜਗ੍ਹਾ ਨੇ ਤੁਹਾਨੂੰ ਟੁੰਬਿਆ ਕਿ ਤੁਸੀਂ ਆਪਣੇ ਇਸ ਪੰਜਾਬੀ ਲੋਕਾਂ ਦੀ ਜਾਂ ਕਿਸਾਨਾਂ ਦੀ ਜਿਹੜੀ ਜਦੋਜਹਿਦ ਹੈਗੇ ਪਾਰਟ ਬਣਨਾ ਚਾਹੋਗੇ। ਉਹੀ ਗੱਲ ਆ ਗਈ ਫਿਰ ਹੋਂਦ ਦੀ ਲੜਾਈ ਹੈ ਨਾ। ਇੱਥੇ ਬਹੁਤ ਲੋਕੀ ਬਾਹਰੋਂ ਵੀ ਆਈ ਜਾ ਰਹੇ ਹੈ ਨਾ, ਤੁਹਾਡੇ ਤੋਂ ਵੀ ਆਪਾਂ ਨੂੰ ਇੱਕ ਦੋ ਜਾਣੇ ਮਿਲੇ, ਤੁਸੀਂ ਵੀ ਮਤਲਬ ਬਾਹਰੋਂ ਆਈ ਜਾ ਰਹੇ ਸਪੈਸ਼ਲੀ ਹੈ ਨਾ, ਕਿਉਂਕਿ ਉਹ ਹੋਂਦ ਦੀ ਲੜਾਈ ਹੋਈ ਪਈ ਹੈ ਨਾ। ਉਹ ਸਿਰਫ ਆਪਣੀ ਲੜਾਈ ਨਹੀਂ, ਹਰ ਇੱਕ ਇਨਸਾਨ ਦੀ ਲੜਾਈ ਹੋਈ ਪਈ ਹੈ। ਸਰਕਾਰ ਨੂੰ ਇਹ ਨਹੀਂ ਦਿਖ ਰਿਹਾ ਕਿ ਅਸੀਂ ਕਿੰਨਾ ਜ਼ਿਆਦਾ ਹੈ ਨਾ, ਸਾਡੇ ਬਜ਼ੁਰਗ 90 ਸਾਲਾਂ ਦੇ ਲੋਕੀ ਇੱਥੇ ਹੈਗੇ ਹੈ ਨਾ, ਆਪਣੇ ਪਾਪਾ ਜੀ ਹੈਗੇ, ਬੀਜੀ ਹੈਗੇ ਇੰਨੇ ਜਿਨ੍ਹਾਂ ਨੂੰ ਘਰ ਹੋਣਾ ਚਾਹੀਦਾ ਇਸ ਟਾਈਮ, but they're here struggling। ਬਿੱਲ ਪੇਸ਼ ਹੋਣ ਤੋਂ ਪਹਿਲਾਂ ਤੋਂ ਹਰ ਪਾਰਟੀ ਨੂੰ ਜਾ ਕੇ ਉਹਨਾਂ ਨੇ ਅਗਾਹ ਕੀਤਾ, ਦੱਸਿਆ ਵੀ ਇਹਦੇ ਕੀ ਨੁਕਸਾਨ ਨੇ, ਪਲੀਜ਼ ਇਹਦੇ ਬਾਰੇ ਕੁਝ ਕਰੋ। ਆਈ ਡੋਂਟ ਵਾਂਟ ਟੂ ਨੇਮ ਐਨੀ ਪਾਰਟੀ, ਲੇਕਿਨ ਸਾਰੀ ਪਾਰਟੀਆਂ ਇਹਦੇ ਵਿੱਚ ਇਨਵੋਲਵ ਸੀਗੀਆਂ। ਇਸੇ ਕਰਕੇ ਕਿਸਾਨਾਂ ਨੇ ਕਿਹਾ ਵੀ ਅਸੀਂ ਆਪਣੇ ਕਿਸਾਨੀ ਦੇ ਝੰਡੇ ਅੰਦਰ ਇਹ ਪ੍ਰੋਟੈਸਟ ਕਰਾਂਗੇ, ਅਸੀਂ ਕਿਸੇ ਪਾਰਟੀ ਨੂੰ ਨਹੀਂ ਇੱਥੇ ਪਾਰਟੀ ਦਾ ਝੰਡਾ ਨਹੀਂ ਆਉਣ ਦੇਣਾ ਇੱਥੇ। ਕਿਸਾਨਾਂ ਨੇ ਜੱਟਾਂ ਵਾਲੀ ਗੱਲ ਕਰਕੇ ਹਾਂ ਜਾਂ ਨਾ ਜਿਹੜਾ ਮੈਸੇਜ ਦਿੱਤਾ ਸਰਕਾਰ ਨੂੰ, ਉਸ ਗੱਲ ਨੇ ਸਰਕਾਰ ਨੂੰ ਦੁਚਿੱਤੀ 'ਚ ਪਾਇਆ। ਨਹੀਂ ਜੀ, ਮੈਂ ਤਾਂ ਇਹ ਸਮਝੂੰਗਾ ਵੀ ਇਹਦੀ ਦੁਚਿੱਤੀ ਨਹੀਂ ਹੈਗੀ, ਮੇਰੇ ਹਿਸਾਬ ਨਾਲ ਬੇਸ਼ਰਮੀ ਆ ਤੇ ਇਹ ਝੂਠ ਬੋਲਣ ਲੱਗੇ ਕੋਈ ਪਰਵਾਹ ਨਹੀਂ ਕਰਦੀ ਇਹ ਗਵਰਨਮੈਂਟ। ਤੋਂ ਸਿੰਘ ਬਾਰਡਰ ਦੇ ਨਜ਼ਾਰੇ ਲੈਂਦੇ ਆ, ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਸਾਰੇ ਸਿੰਗਰ, ਰਾਈਟਰ, ਐਜੂਕੇਸ਼ਨਲ, ਪੁਲਿਸ ਅਫਸਰ ਵਗੈਰਾ ਵਗੈਰਾ। ਉਹਨਾਂ 'ਚੋਂ ਇੱਕ ਖਿੱਚ ਦਾ ਕੇਂਦਰ ਸਾਡੀ ਨੌਜਵਾਨ ਲੜਕੀ ਬਣੀ ਹੋਈ ਆ। ਮੈਨੂੰ ਵੀ ਉਹ ਹੁਣੇ ਮਿਲਿਆ, ਮੈਂ ਉਹਨਾਂ ਬਾਰੇ ਬਹੁਤਾ ਨਹੀਂ ਜਾਣਦਾ, ਲੇਕਿਨ ਕੁਝ ਕਾਰਨ ਜ਼ਰੂਰ ਹੈਗੇ ਆ, ਉਹਨਾਂ ਨੂੰ ਲੋਕ ਬਹੁਤ ਕੁਝ ਸਵਾਲ ਕਰਦੇ ਰਹੇ ਤੇ ਮੈਂ ਵੀ ਵਨ ਆਫ ਦੋਜ਼ ਉਹਨਾਂ ਨੂੰ ਸਵਾਲ ਕਰਾਂਗਾ। ਬੇਟੇ ਇਹ ਦੱਸੋ ਤੁਹਾਡੀ ਕੀ ਖਾਸੀਅਤ, ਕਿਉਂਕਿ ਤੁਸੀਂ ਇਸ ਜਿਹੜਾ ਹੈਗਾ ਪ੍ਰੋਗਰਾਮ ਖਿੱਚ ਦਾ ਕੇਂਦਰ ਬਣੇ ਹੋ, ਕੀ ਕਾਰਨ ਹੈ, ਕਿਹੜੀ ਖਾਸੀਅਤ ਤੁਹਾਡੇ 'ਚ? ਮੈਨੂੰ ਖਾਸੀਅਤ ਨਹੀਂ ਕਹਿਣਾ ਚਾਹੂੰਗੀ ਐਕਚੁਅਲੀ। ਆਈ ਵਿਲ ਸੇ ਕਿ ਬਸ ਮੈਂ ਵੀ ਪ੍ਰੋਟੈਸਟ ਦਾ ਹਿੱਸਾ ਬਣੀ ਸੀ। ਨੋ ਡਾਊਟ ਮੇਰਾ ਕੰਮ ਚੱਲ ਰਿਹਾ ਤੇ ਮੇਰੇ ਕੁਝ ਦੋਸਤਾਂ ਨੂੰ ਵੀ ਪਤਾ ਹੈ ਕਿ ਹਾਂ ਮੈਂ ਨਿਊਜ਼ੀਲੈਂਡ ਤੋਂ ਆਈ ਸੀ, ਤਾਂ ਉਹਦੇ ਕਾਰਨ ਥੋੜ੍ਹਾ ਜਿਹਾ ਜ਼ਿਆਦਾ ਉਹ ਹੋ ਗਿਆ। ਤਾਂ ਆਪਾਂ ਪਹਿਲੇ ਦਿਨ ਤੋਂ ਪ੍ਰੋਟੈਸਟ ਦਾ ਹਿੱਸਾ ਬਣੇ ਹੋਏ ਹੈ ਤੇ ਇੱਥੇ ਡਟੇ ਹੋਏ ਹੈ, ਤਾਂ ਉਹ ਥੋੜ੍ਹਾ ਜਾਣ ਪਛਾਣ ਵੀ ਉਨੀ ਲੋਕਾਂ ਨਾਲ ਹੋਈ ਜਾਂਦੀ ਹੈ। ਤਾਂ ਮੈਂ ਕਹੂੰਗੀ ਉਹਦੇ ਕਰਕੇ ਹੀ ਲੋਕਾਂ ਨਾਲ ਪਿਆਰ ਵੱਧ ਰਿਹਾ। ਤੁਸੀਂ ਨਿਊਜ਼ੀਲੈਂਡ ਦਾ ਨਾਮ ਲਿਆ, ਕੀ ਤੁਹਾਡਾ ਨਿਊਜ਼ੀਲੈਂਡ ਦਾ ਸਟੇਟਸ ਹੈਗਾ ਆ? ਜੀ ਮੈਂ ਵਰਕ ਵੀਜ਼ਾ ਤੇ ਹਾਂ। ਤੁਸੀਂ ਨਿਊਜ਼ੀਲੈਂਡ ਰਹਿ ਰਹੇ ਹੋ, ਤੁਸੀਂ ਇੱਥੇ ਉੱਥੋਂ ਇਸ ਪ੍ਰੋਗਰਾਮ 'ਚ ਪਹੁੰਚੇ ਹੋ ਤੇ ਤੁਸੀਂ ਇੱਥੇ ਕੀ ਵੇਖਿਆ ਤੇ ਦੁਬਾਰਾ ਕਦੋਂ ਜਾ ਰਹੇ ਹੋ? ਅੱਛਾ ਜੀ, ਮੈਂ ਇੱਥੇ ਆਈ, ਮੈਂ ਐਕਚੁਅਲੀ ਜਦ ਬਠਿੰਡਾ ਰਹਿ ਰਹੀ ਸੀ, ਮੈਂ ਆਈ ਹੋਈ ਸੀ ਨਿਊਜ਼ੀਲੈਂਡ ਤੋਂ। ਤਾਂ ਮੈਂ ਬਠਿੰਡਾ ਵੀ ਜਿਹੜੇ ਪ੍ਰੋਟੈਸਟ ਹੋ ਰਹੇ ਸੀਗੇ, नो डाउट ਉਹ ਹਾਰਟ ਟੱਚਿੰਗ ਚੀਜ਼ ਤੁਹਾਨੂੰ ਹੈ ਨਾ, when you have those roots ਤਾਂ ਤੁਹਾਨੂੰ ਉਹ ਚੀਜ਼ ਹਮੇਸ਼ਾ ਹਿੱਟ ਕਰਦੀ ਹੈ ਨਾ। ਤਾਂ I was a part there as well in ਬਠਿੰਡਾ। ਮੈਂ ਬਠਿੰਡਾ ਨੂੰ ਬਿਲੋਂਗ ਕਰਦੀ ਹਾਂ ਤੇ ਜਦੋਂ ਇੱਥੇ ਹੋਣਾ ਸ਼ੁਰੂ ਹੋਇਆ ਤਾਂ I came after like 2 days ਤੇ ਮੈਂ ਉਦੋਂ ਤੋਂ ਇੱਥੇ ਵੀ ਹਾਂ ਤੇ ਹੁਣ ਨਿਊਜ਼ੀਲੈਂਡ ਜਾਣ ਦਾ ਹਾਲੇ ਤੱਕ ਕੋਈ ਇਰਾਦਾ ਨਹੀਂ ਹੈਗਾ। ਜਦ ਤੱਕ ਪ੍ਰੋਟੈਸਟ ਹੋ ਤੱਕ ਮੈਨੂੰ ਪਤਾ ਲੱਗਾ ਤੁਹਾਡੇ ਕੋਲੇ ਨਿਊਜ਼ੀਲੈਂਡ ਦੀ ਪੀਆਰ ਹੈਗੀ ਆ ਤੇ ਤੁਸੀਂ ਪੀਆਰ ਨਹੀਂ ਹੈ, ਆਈ ਐਮ ਔਨ ਵਰਕ ਵੀਜ਼ਾ। ਹਾਂਜੀ, ਵਰਕ ਵੀਜ਼ਾ। ਸੋ ਬੇਸਿਕਲੀ ਤੁਸੀਂ ਜਦੋਂ ਉੱਥੇ ਜਾਣਾ ਤੇ ਤੁਸੀਂ ਪਰਮਨੈਂਟ ਰਹਿਣ ਲਈ ਕੋਸ਼ਿਸ਼ ਕਰੋਗੇ, ਲੇਕਿਨ ਹਾਲ ਦੀ ਘੜੀ ਤੁਸੀਂ ਕੈਂਸਲ ਕਰਨ ਦਾ ਮੁੱਖ ਕਾਰਨ ਇਸ ਜਗ੍ਹਾ ਨੇ ਤੁਹਾਨੂੰ ਟੁੰਬਿਆ ਕਿ ਤੁਸੀਂ ਆਪਣੇ ਇਸ ਪੰਜਾਬੀ ਲੋਕਾਂ ਦੀ ਜਾਂ ਕਿਸਾਨਾਂ ਦੀ ਜਿਹੜੀ ਜਦੋਜਹਿਦ ਹੈਗੇ ਪਾਰਟ ਬਣਨਾ ਚਾਹੋਗੇ। ਬਿਲਕੁਲ, ਕਿਉਂ ਨਹੀਂ ਬਣਨਾ ਚਾਹੂੰਗੀ ਹੈ ਨਾ। ਹੋਂਦ, ਉਹੀ ਗੱਲ ਆ ਗਈ ਫਿਰ ਹੋਂਦ ਦੀ ਲੜਾਈ ਹੈ ਨਾ। ਇੱਥੇ ਬਹੁਤ ਲੋਕੀ ਬਾਹਰੋਂ ਵੀ ਆਈ ਜਾ ਰਹੇ ਹੈ ਨਾ, ਤੁਹਾਡੇ ਤੋਂ ਵੀ ਆਪਾਂ ਨੂੰ ਇੱਕ ਦੋ ਜਾਣੇ ਮਿਲੇ, ਤੁਸੀਂ ਵੀ ਮਤਲਬ ਬਾਹਰੋਂ ਆਈ ਜਾ ਰਹੇ ਸਪੈਸ਼ਲੀ ਹੈ ਨਾ, ਕਿਉਂਕਿ ਉਹ ਹੋਂਦ ਦੀ ਲੜਾਈ ਹੋਈ ਪਈ ਹੈ ਨਾ। ਉਹ ਸਿਰਫ ਆਪਣੀ ਲੜਾਈ ਨਹੀਂ, ਹਰ ਇੱਕ ਇਨਸਾਨ ਦੀ ਲੜਾਈ ਹੋਈ ਪਈ ਹੈ। ਤੇ ਜਦ ਹੋਂਦ ਖਤਮ ਹੋ ਜਾਣੀ ਹੈ ਨਾ, ਤਾਂ ਉਹ ਫਿਰ
ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਕਿਸੇ ਵੀ ਚੀਜ਼ ਦਾ, ਭਾਵੇਂ ਡਾਲਰਸ ਕਹਿ ਲਓ ਭਾਵੇਂ ਪੀਆਰ ਕਹਿ ਲਓ। ਕਿਹੜੀ ਇਹੋ ਜੀ ਗੱਲ ਹੈਗੀ ਆ ਫਾਰਮਰ ਦੀ ਜਿਹਨੇ ਤੁਹਾਨੂੰ ਟੁੰਬਿਆ, ਇੱਥੇ ਰਹਿਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਤੁਹਾਡੇ ਵਰਗੀਆਂ ਯੰਗ ਕੁੜੀਆਂ ਟੈਲੈਂਟਡ ਐਜੂਕੇਸ਼ਨਲ ਵਾਈਸ ਵਰਸਾ ਇੰਗਲਿਸ਼ ਪੰਜਾਬੀ 'ਚ ਤੁਸੀਂ ਗੱਲ ਕਰਦੇ ਹੋ, ਬਹੁਤ ਸਾਰੇ ਦਰਸ਼ਕ ਇਸ ਅਕਾਲ ਚੈਨਲ ਨੂੰ ਦੁਨੀਆ ਭਰ 'ਚ ਵੇਖਦੇ ਆ, ਕਿਉਂਕਿ 10 ਨੂੰ ਇੰਗਲੈਂਡ 'ਚ ਰਹਿੰਦੇ ਨੂੰ 40 ਸਾਲ ਹੋ ਗਏ ਆ ਤੇ ਮੈਨੂੰ 7-8 ਸਾਲ ਇਸ ਚੈਨਲ ਦੀ ਪ੍ਰੈਜ਼ੈਂਟਿੰਗ ਕਰਦੇ ਨੂੰ ਹੋ ਗਏ। ਬਹੁਤ ਸਾਰੇ ਨੌਜਵਾਨ ਜਿਹੜੇ ਇਸ ਚੈਨਲ ਦੇ ਜ਼ਰੀਏ ਇਸ ਮੁੱਦੇ ਨਾਲ ਜੁੜੇ ਨੇ, ਉਹਨਾਂ ਦੀ ਜਿਹੜੀ ਹੈਗੀ ਆ ਸੋਚ ਨੂੰ ਕਿਵੇਂ ਤੁਸੀਂ ਐਲੈਬੋਰੇਟ ਕਰੋਗੇ? ਜਿਹੜੀ ਮੇਨ ਚੀਜ਼ ਨੇ ਟੁੰਬਿਆ ਹੈਗਾ, ਉਹ ਮੈਂ ਕਹੂੰਗੀ ਕਿ ਜਿਹੜੀ ਇੱਥੇ ਏਕਤਾ ਦਿਖ ਰਹੀ ਹੈ ਨਾ, ਤੇ ਜਿਹੜਾ ਪਿਆਰ ਦਿਖ ਰਿਹਾ, ਜਿਹੜੀ ਚੀਜ਼ ਕਹੀ ਜਾਂਦੀ ਸੀ ਪੰਜਾਬ 'ਚ ਖਤਮ ਹੋ ਚੱਲੀ ਹੈ ਨਾ, ਕਿਹਾ ਜਾ ਰਿਹਾ ਸੀ ਜਵਾਨੀ ਨਸ਼ੇ 'ਚ ਹੋ ਰਹੀ ਹੈ, ਪਿਆਰ ਖਤਮ ਹੋ ਰਿਹਾ ਹੈ। ਤੁਸੀਂ ਇਫ ਯੂ ਲੁੱਕ ਅਰਾਊਂਡ, ਯੂ ਟਾਕ ਟੂ ਪੀਪਲ, ਇਟਸ ਲਾਈਕ ਬਿਊਟੀਫੁਲ। ਤੁਹਾਨੂੰ ਇੰਨਾ ਤਾਂ ਪਿਆਰ ਮਿਲੂਗਾ, ਤੁਹਾਨੂੰ ਇਹ ਨਹੀਂ ਲੱਗੂਗਾ ਕਿ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਹੋ। ਅਸੀਂ ਜਦੋਂ ਮੈਂ ਆਈ ਸੀਗੀ ਤਾਂ ਆਈ ਕੇਮ ਅਲੋਨ, ਨੋ ਡਾਊਟ ਆਈ ਡੂ ਹੈਵ ਫਰੈਂਡਸ, ਇੱਥੇ ਮਿਲ ਵੀ ਗਏ ਆ, ਹੋਰ ਵੀ ਮਿਲੀ ਜਾ ਰਹੇ ਆ ਸਾਥੀ, ਪਰ ਜਦ ਮੈਂ ਆਈ ਸੀ ਮੈਂ ਇਕੱਲੀ ਆਈ ਸੀ ਤੇ ਆਈ ਵਾਸ ਸਟੇਇੰਗ ਇਨ ਅ ਟਰੋਲੀ, ਵੀ ਗਰਲਸ ਵਰ ਸਟੇਇੰਗ ਇਨ ਅ ਟਰੋਲੀ ਦੈਟ ਟਾਈਮ, ਤੇ ਆਪਾਂ ਇੱਕ ਵਾਰ ਵੀ ਮੂੰਹ ਬਾਹਰ ਕੱਢੀ ਦਾ ਸੀ ਤੇ ਬਾਪੂ ਜੀ ਇੰਨੇ ਸਾਰੇ ਜਾਣਾ ਨੇ ਆ ਜਾਣਾ ਹੈ ਨਾ, ਯੂ ਫੀਲ ਸੋ ਸੇਫ। ਲਾਈਕ even in Batenda sometimes you'll feel like ਕਿ ਪਤਾ ਨਹੀਂ ਰਾਤ ਨੂੰ ਜਾ ਕੇ ਉੱਥੇ ਕੀ ਹੋ ਜਾਣਾ ਜਾਂ ਇੱਦਾਂ ਉੱਦਾਂ, but here you'll feel safe, like ਹੋ ਹੀ ਨਹੀਂ ਸਕਦਾ ਕੋਈ ਕੁਝ ਕਹਿ ਦੇ ਹੈ ਨਾ, ਕਿਉਂਕਿ ਬਾਹਰ ਮੂੰਹ ਅਸੀਂ ਬਾਹਰ ਕੱਢੀ ਦਾ ਸੀ। there are 3 to 4 people to ask you ਪੁੱਤਰ ਕੁਝ ਚਾਹੀਦਾ ਤੁਹਾਨੂੰ ਹੈ ਨਾ, if you need anything। ਇਸ ਮਕਸਦ ਦਾ, ਇਸ ਮੁੱਦੇ ਦਾ, ਇਸ ਧਰਨੇ ਦਾ ਐਂਡ ਕੋਈ ਨਜ਼ਰ ਨਹੀਂ ਆ ਰਿਹਾ। ਕੁਝ ਚਿਹਰਿਆਂ ਤੇ ਉਦਾਸੀ ਵੀ ਮਹਿਸੂਸ ਹੋ ਰਹੀ ਹੈ, ਕੁਝ ਬਜ਼ੁਰਗ ਜਿਹੜੇ ਆ ਮਹਿਸੂਸ ਕਰ ਰਹੇ ਆ ਕਾਸ਼ ਪਤਾ ਨਹੀਂ ਕੀ ਹੋਣਾ, ਕਿਉਂਕਿ ਹੁਣੇ ਖਬਰ ਮਿਲੀ ਆ ਇੱਕ ਸੰਤ ਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਤੇ ਪਤਾ ਲੱਗਾ ਕਰਨਾਲ ਹਸਪੀਟਲ 'ਚ ਹੈਗੇ ਤੇ ਉਹਨਾਂ ਦੀ ਡੈਥ ਹੋ ਗਈ ਆ। ਉਹਨਾਂ ਨੇ ਕਾਰਨ ਦੱਸਿਆ ਕਿ ਮੈਥੋਂ ਇਸ ਬਜ਼ੁਰਗ ਅਵਸਥਾ ਵਿੱਚ ਇਹਨਾਂ ਕਿਸਾਨਾਂ ਦਾ ਦੁੱਖ ਜਰਨੇ ਹੋ ਰਿਹਾ। ਇਹਦੇ ਨਾਲ ਤੁਹਾਡੇ ਚਿਹਰੇ ਤੇ ਗਲੋ ਵੀ ਨਜ਼ਰ ਆ ਰਿਹਾ, ਤੁਸੀਂ ਸਮਾਲ ਵੀ ਦੇ ਰਹੇ ਹੋ, ਦੁੱਖ ਵੀ ਹੈਗਾ, ਲੇਕਿਨ ਇਸ ਸਮਾਲ ਦਾ ਕਾਰਨ ਕੀ ਹੈ? ਤੁਹਾਨੂੰ ਕੋਈ ਲਾਈਟ ਨਜ਼ਰ ਆ ਰਹੀ ਆ? ਮੈਨੂੰ ਲਾਈਟ ਇਸ ਚੀਜ਼ 'ਚ ਨਜ਼ਰ ਆ ਰਹੀ ਹੈ ਵੀ ਤੁਸੀਂ ਦੇਖੋ, ਜਦੋਂ ਉਹ ਬਜ਼ੁਰਗਾਂ ਦਾ ਟਾਈਮ ਸੀ, ਉਹਨਾਂ ਨੇ ਪਹਿਲਾਂ ਵੀ ਜਦੋਜਹਿਦ ਕੀਤੀ ਹੈ ਨਾ। ਪੰਜਾਬ ਇਜ਼ ਨੋਨ ਫॉर ਲਾਈਕ ਹੈ ਨਾ ਫਾਈਟਸ ਜਾਂ ਜਿਹੜੀਆਂ ਜਦੋਜਹਿਦ ਕਰਦੇ ਆ ਰਿਹਾ ਹੈ ਨਾ, ਪੰਜਾਬ ਉਹਦੇ ਲਈ ਜਾਣਿਆ ਜਾਂਦਾ ਪੰਜਾਬ। ਤਾਂ ਆਈ ਵੁੱਡ ਸੇ ਕਿ ਉਹ ਉਦੋਂ ਦੇ ਵੀ ਲੜ ਰਹੇ ਸੀ, ਐਂਡ ਨਾਓ ਆਲਸੋ ਇਫ ਯੂ ਸੀ देयर ਸਪਿਰਿਟ ਐਂਡ ਸੀ देयर ਇਮੋਸ਼ਨਲ ਕਨੈਕਸ਼ਨ, ਕਿ ਹੁਣ ਜਿਨ੍ਹਾਂ ਦਾ ਆਪਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਤੁਸੀਂ ਸੋਚੋ ਕਿ ਉਹ ਕਿੰਨੇ ਕਿ ਇਮੋਸ਼ਨਲੀ ਕਨੈਕਟਡ ਨੇ ਆਪਣੀ ਰੂਟਸ ਨਾਲ ਤੇ ਆਪਣੇ ਲੋਕਾਂ ਨਾਲ, ਕਿ ਉਹਨਾਂ ਨੂੰ ਦਿਖ ਰਿਹਾ, ਸਰਕਾਰ ਨੂੰ ਇਹ ਨਹੀਂ ਦਿਖ ਰਿਹਾ ਕਿ ਅਸੀਂ ਕਿੰਨਾ ਜ਼ਿਆਦਾ ਹੈ ਨਾ, ਸਾਡੇ ਬਜ਼ੁਰਗ 90 ਸਾਲਾਂ ਦੇ ਲੋਕੀ ਇੱਥੇ ਹੈਗੇ ਆ ਹੈ ਨਾ, ਆਪਣੇ ਬਾਬਾ ਜੀ ਹੈਗੇ ਆ, ਬੀਜੀ ਹੈਗੇ ਆ, ਇੰਨੇ ਜਿਨ੍ਹਾਂ ਨੂੰ ਘਰ ਹੋਣਾ ਚਾਹੀਦਾ ਇਸ ਟਾਈਮ, ਬਟ ਦੇ ਆਰ ਹੇਅਰ ਸਟਰਗਲਿੰਗ। ਐਂਡ ਦੇ ਅਨਦਰ ਥਿੰਗ they'll say us like youngsters, they'll say us ਪੁੱਤਰ don't you worry, ਅਸੀਂ ਹੈਗੇ ਆ, ਅਸੀਂ ਪਹਿਲਾਂ ਖੜੇ ਆ। ਮਤਲਬ see their spirit, see their love for us, love for ਪੰਜਾਬ, ਕਿ ਉਹ ਇੰਨਾ ਜ਼ਿਆਦਾ ਪਿਆਰ ਕਰਦੇ ਪਏ ਕਿ ਉਹ ਸਾਡੇ ਤੋਂ ਪਹਿਲਾਂ ਕਹਿੰਦੇ ਅਸੀਂ ਖੜੇ ਆ, ਜਦ ਕਿ ਜ਼ਰੂਰਤ ਉਹਨਾਂ ਨੂੰ ਹੈ ਇਸ ਟਾਈਮ। ਤੁਹਾਡੀ ਪੰਜਾਬੀ ਤੇ ਅੰਗਰੇਜ਼ੀ ਵਾਈਸ ਵਰਸਾ ਬੜੀ ਸਾਫ਼ ਹੀ ਨਜ਼ਰ ਆ ਰਹੀ ਆ। ਤੁਸੀਂ ਟਵਿੱਟਰ ਤੇ ਆਪਣੇ ਮੈਸੇਜ ਵਗੈਰਾ ਡਿਵੈਲਪ ਕਰਦੇ ਹੋ, ਉਹਦੀ ਰਿਜ਼ਲਟ ਵੀ ਤੁਸੀਂ ਵੇਖਿਆ ਕਦੀ? ਕੀ ਰਿਜ਼ਲਟ ਆ ਰਿਹਾ ਉਹਦਾ? ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਇਹ ਚੀਜ਼ ਕਹਿ ਵੀ ਰਹੇ ਹਾਂ, ਲੋਕਾਂ ਨੂੰ ਵੀ ਕਹਿ ਰਹੇ ਹਾਂ ਆਸ-ਪਾਸ ਕਿ ਜਿੰਨਾ ਹੋ ਸਕੇ ਪਲੀਜ਼ ਸਪਰੈਡ ਯੋਰ ਵਰਡ, ਦੱਸੋ ਲੋਕਾਂ ਨੂੰ ਕਿ ਇੱਥੇ ਕਿੱਦਾਂ ਦਾ ਮਾਹੌਲ ਹੈ, ਕਿਉਂਕਿ ਜਿਹੜਾ ਮੀਡੀਆ, ਜਿਹੜਾ ਕੁਝ ਮੀਡੀਆ ਹੈ ਨਾ, ਵੀ ਡੂ ਨੋ ਗੋਦੀ ਮੀਡੀਆ ਸਪੈਸ਼ਲੀ ਹੈ ਨਾ, ਤੇ ਉਹ ਲੋਕੀ ਕੀ ਰਿਪਰੈਜ਼ੈਂਟ ਕਰ ਰਹੇ ਆ, ਉਹ ਬਹੁਤ ਹੀ ਡਿਫਰੈਂਟ ਪਿਕਚਰ ਹੈ। ਬਟ ਵਾਂਸ ਯੂ ਆਰ ਹੀਅਰ you get to know the vibe ਹੈ ਨਾ, ਕਿੱਦਾਂ ਲੋਕੀ not only ਪੰਜਾਬੀਜ਼, if you see ਪੰਜਾਬੀ ਹਰਿਆਣਵੀਜ਼ ਲਾਈਕ ਹੈ ਨਾ, ਇਹ ਜਿਹੜੀ ਗਵਰਨਮੈਂਟ ਸੀਗੀ ਉਹ ਲੜਾ ਰਹੀ ਸੀ ਨਾ ਲੋਕਾਂ ਨੂੰ, ਅਸੀਂ ਕੱਲ੍ਹ ਹੀ ਵਿਟਨੈਸ ਕੀਤਾ, ਪੰਜਾਬੀ ਤੇ ਹਰਿਆਣਵੀਜ਼ they were just singing together, ਪੰਜਾਬੀ ਗਾਣੇ ਗਾਏ ਜਾ ਰਹੇ ਤੇ ਹਰਿਆਣਵੀਜ਼ were translating it to ਹਰਿਆਣਵੀ ਹੈ ਨਾ, ਤੇ ਜਿਹੜੀ ਉਹ ਲੜਾਈ ਜਿਹੜੀ ਸਰਕਾਰ ਕਠਪੁਤਲੀਆਂ ਬਣਾ ਕੇ ਲੋਕਾਂ ਨੂੰ ਉਹ ਕਰ ਰਹੀ ਸੀ ਨਾ, ਤੇ ਹੁਣ ਇਟਸ ਗੋਇੰਗ ਵੈਨਿਸ਼ ਹੋ ਰਹੀ ਹੈ। ਤੇ ਅਸੀਂ ਕਹਾਂਗੇ ਇਹ ਚੀਜ਼ ਜ਼ਿਆਦਾ ਤੋਂ ਜ਼ਿਆਦਾ ਲੋਕੀ ਅਗਰ ਸਪਰੈਡ ਕਰ ਸਕਣ, ਟਵਿੱਟਰ ਤੇ ਵੀ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਪਲੀਜ਼ ਟਰਾਈ ਟੂ ਸਪਰੈਡ ਦਿਸ ਵਰਡ ਕਿ ਜਿਹੜੀ ਸਹੀ ਚੀਜ਼ਾਂ ਇੱਥੇ ਹੋ ਰਹੀਆਂ, ਜ਼ਿਆਦਾ ਤੋਂ ਜ਼ਿਆਦਾ ਇੰਟਰਨੈਸ਼ਨਲ ਨੈਸ਼ਨਲ ਮੀਡੀਆ ਤੇ ਚੀਜ਼ ਭੇਜੋ, ਟਵਿੱਟਰ ਦੇ ਥਰੂ, ਇੰਸਟਾਗ੍ਰਾਮ ਦੇ ਥਰੂ। ਜਿਹੜੇ ਲੋਕੀ ਇੱਥੇ ਨਹੀਂ ਪਹੁੰਚ ਸਕਦੇ ਉਹ ਜ਼ਿਆਦਾ ਐਕਟਿਵ IT ਸੈੱਲ ਆਪਣਾ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਤੇ ਕਰਨ। ਤੁਹਾਡਾ ਇਸ ਆਰਡੀਨੈਂਸ ਦੇ ਬਾਰੇ ਚ ਕੀ ਸਵਾਲ ਹੈਗਾ, ਮਤਲਬ ਫੀਲਿੰਗ ਹੈਗੀ ਆ? ਹਾਊ ਡੂ ਯੂ ਥਿੰਕ ਵਾਟਸ ਰੋਂਗ ਵਿਦ ਦੀ ਆਰਡੀਨੈਂਸ? ਇਨ ਇੰਗਲਿਸ਼ ਪਲੀਜ਼। Okay, I would say it's like
I would not like frame it as it is. I would like to give it an example. Like, it's like someone is coming to your home and saying, okay, and you're allergic to gluten, and they're saying, okay, no, it's healthy for you, eat gluten. So if we don't want to eat that, we don't want. So we don't want this bill, we don't want it. No doubt it has like so many things. We don't have go downs. It's all together. It's just for corporate people. It's not for people's, it's not at all concerned with people. So it is going to hit each one of us, not only farmers, it's going to hit each one of us as people. As here, we do buy wheat for 35 rupee per kg, right? And we get it from farmer like maybe 50, 50, yes, है ना? तो it's like इस तो बात की होएगा after this ordinance, this is going to increase because privatization corporates are gonna take advantage of this thing like anything, and they're gonna sell it in black, blah blah blah. They're going to keep everything in go downs and everything. हाँ जी. How long you want to stay here, and what's the message going to give it to the wider audience in the whole world? Till the protest goes, I'm here, and I don't have any message to give, but I do have a request to make. Oh, good. Yes. So please try to understand what actually is going on and try to tell people around, those who think, sitting in homes, sitting in blankets, thinking, okay, fine, they're doing there and it's not gonna hit us. But believe me, read the laws, try to understand what's going on, and it is going to hit each one of us, not the governments, not the corporates, but only us. It's gonna hit from like low middle class to higher classes as well. So we need to understand that it's not for people, it's not for us at all. We got to understand. Yeah, thank you. ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ ਜਿੰਨੇ ਦਿਨ ਤੁਸੀਂ ਇੱਥੇ ਹੈਗੇ ਆ, ਅਸੀਂ ਵੀ ਇੱਥੇ ਹੈਗੇ ਆ। ਤੁਹਾਡੀ ਕੋਈ ਵੀ ਡਿਵੈਲਪਮੈਂਟ ਹੋਵੇ ਤਾਂ ਤੁਸੀਂ ਅਕਾਲ ਚਲ ਦੇ ਇਸ ਬੈਨਰ ਥੱਲੇ ਆ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। Sure. ਸੋ ਦਰਸ਼ਕੋ, ਤੁਸੀਂ ਵੇਖਦੇ ਰਹਿਣਾ ਅਕਾਲ ਚੈਨਲ। ਮੈਂ ਜਾਂਦਾ ਤੁਹਾਡਾ ਧੰਨਵਾਦ ਵੀ ਕਰਾਂ ਤੇ ਤੁਹਾਡੇ ਪਿੱਛੇ ਭਾਈ ਸਾਹਿਬ ਖੜੇ ਆ ਰੁਪਿੰਦਰ ਜੀ। ਰੁਪਿੰਦਰ ਜੀ, ਮੈਨੂੰ ਲੱਗਦਾ ਤੁਹਾਡੇ ਅੰਦਰ ਵੀ ਬਲਬਲਾ ਹੈਗਾ, ਸਵੇਰ ਦੇ ਤੁਸੀਂ ਵੀ ਚੱਕਰ ਮਾਰ ਰਹੇ ਹੋ। ਕੁਝ ਕਿਤਾਬਾਂ ਤੁਸੀਂ ਕਲੈਕਟ ਕੀਤੀਆਂ ਹੈਗੀਆਂ, ਇਹਦੇ ਬਾਰੇ ਦੱਸੋ ਤੇ ਤੁਹਾਡੀ ਆਪਣੀ ਰਾਏ ਕੀ ਬਣਦੀ ਹੈਗੀ ਆ ਅੱਜ ਦੇ ਇਸ ਮਾਹੌਲ ਨੂੰ ਵੇਖ ਕੇ। ਬਾਈ ਜੀ, ਮੈਂ ਇੱਥੇ ਆਮ ਕਮਿੰਗ ਫਰਮ ਦ ਡੇ 1। ਮੈਂ ਗੁੜਗਾਉਂ ਤੋਂ ਰੋਜ਼ ਅਪ ਡਾਊਨ ਕਰਦਾ। ਆਈ ਕਮ ਇਨ ਦ ਮਾਰਨਿੰਗ, ਗੋ ਬੈਕ ਇਨ ਨਾਈਟ। ਕਿਉਂਕਿ ਜਿਵੇਂ ਰਮਨ ਜੀ ਨੇ ਕਿਹਾ, ਇਹ ਆਰਡੀਨੈਂਸ ਜਿਹੜੇ ਹੈਗੇ ਨੇ ਇਹਨੂੰ ਟੋਟੈਲਿਟੀ 'ਚ ਦੇਖਣਾ ਪਊਗਾ। ਇਹ ਇਕੱਲੇ ਕਿਸਾਨਾਂ ਵਾਸਤੇ ਨਹੀਂ, ਛੋਟੇ ਕਿਸਾਨਾਂ ਵਾਸਤੇ ਨਹੀਂ, ਇਹ ਨਾਲ ਦੁਕਾਨਦਾਰ, ਛੋਟੇ ਬਿਜ਼ਨਸਮੈਨ, ਵੱਡੇ ਬਿਜ਼ਨਸਮੈਨ, ਐਨੀ ਫੀਲਡ, ਹਰੇਕ ਬਿਜ਼ਨਸ। ਬਿਕਾਜ਼ ਜਦੋਂ ਕਿਸਾਨ ਕੋਲ ਸਪੈਂਡਿੰਗ ਪਾਵਰ ਹੀ ਨਹੀਂ ਹੋਊਗੀ ਤੇ ਬਾਕੀ ਦੇ ਬਿਜ਼ਨਸ ਜਿਹੜੇ ਉਹ ਨੇ ਉਹ ਸਾਰੇ ਉਹਦੇ ਇਰਦ ਗਿਰਦ ਘੁੰਮਦੇ ਨੇ। ਕਿਉਂਕਿ 70% ਜਿਹੜੀ ਆਪਣੀ ਪੋਪੂਲੇਸ਼ਨ ਆ ਉਹ ਕਿਸਾਨੀ ਨਾਲ ਜੁੜੀ ਹੋਈ ਆ। ਤੇ ਜੇ ਕਿਸਾਨ ਹੀ ਨਹੀਂ ਰਹੂਗਾ ਤਾਂ ਜਿਹੜੇ ਆਲੇ ਦਾਲੇ ਹੋਰ ਜਿੰਨੇ ਬਿਜ਼ਨਸ ਨੇ ਉਹ ਸਾਰਿਆਂ ਨੂੰ ਇਫੈਕਟ ਕਰੂਗਾ ਇਹ। ਇਹੀ ਕਾਰਨ ਹੈ ਕਿ ਹਰ ਵਰਗ ਦੇ ਲੋਕ ਸਾਨੂੰ ਇੱਥੇ ਦੇਖਣ ਨੂੰ ਮਿਲਦੇ ਆ। ਬਿਲਕੁਲ ਜੀ, ਬਿਲਕੁਲ। ਐਂਡ ਸਭ ਤੋਂ ਵੱਡੀ ਗੱਲ ਇਹ ਆ ਵੀ ਇਸ ਅੰਦੋਲਨ ਦੇ ਵਿੱਚ ਜਿਹੜਾ ਪੋਲੀਟੀਕਲ ਪਾਰਟੀਆਂ ਨੇ ਸਟੇਟਾਂ ਦੇ ਵਿੱਚ ਵਿਤਕਰਾ ਪਾਇਆ ਸੀਗਾ ਜਾਂ ਧਰਮਾਂ ਦੇ ਵਿੱਚ ਵਿਤਕਰਾ ਪਾਇਆ ਸੀ ਵੋਟ ਬੈਂਕ ਦੀ ਖਾਤਰ, ਦੈਟ ਯੂ ਸੀ, ਇਹ ਖਤਮ ਹੋ ਰਿਹਾ ਵਾ। ਹਰਿਆਣੇ ਦੇ ਵੀਰ ਇੰਨੀ ਵਧੀਆ ਸੇਵਾ ਕਰ ਰਹੇ ਨੇ। ਐਂਡ ਇੱਥੇ ਇਹ ਨਹੀਂ ਹੈਗਾ ਵੀ ਇਹ ਮੁਸਲਮਾਨ ਆ, ਇਹ ਹਿੰਦੂ ਆ, ਇਹ ਸਿੱਖ ਆ ਜਾਂ ਕ੍ਰਿਸਚਨ ਆ। ਸਾਰੇ ਧਰਮਾਂ ਦੇ ਲੋਕ ਆ ਰਹੇ ਨੇ, ਆਪਣਾ ਯੋਗਦਾਨ ਪਾ ਰਹੇ ਨੇ ਐਂਡ ਦੇ ਆਰ ਵਿਦ ਦ ਫਾਰਮਰਸ। ਇੱਕ ਸੋਚ ਬਣਦੀ ਜਾ ਰਹੀ ਆ ਕਿ ਕਿਸਾਨ ਅੰਦੋਲਨ ਤੋਂ ਬਾਅਦ ਸਿਆਸਤ ਕਰਵਟ ਲੈਣ ਜਾ ਰਹੀ ਹੈਗੀ ਆ। ਕੀ ਨਜ਼ਰੀਆ ਤੁਹਾਡਾ, ਕਿਸ ਪਾਸੇ ਨੂੰ ਕਰਵਟ ਲਏਗੀ ਇਹ ਸਿਆਸਤ? ਬਿਲਕੁਲ ਜੀ, ਮੈਂ ਆਈ ਥਿੰਕ ਇਫ ਯੂ ਜਸਟ ਈਵਨ ਜੇ ਰੀਸੈਂਟ ਹਿਸਟਰੀ ਵੀ ਦੇਖੋ ਤੁਸੀਂ ਇੰਡੀਆ ਦੀ ਪੋਲੀਟਿਕਸ ਦੀ, ਹਰ ਅੱਛੇ ਤੇ ਵੱਡੇ ਅੰਦੋਲਨ ਤੋਂ ਬਾਅਦ ਕੋਈ ਨਾ ਕੋਈ ਪੋਲੀਟੀਕਲ ਨਵੀਂ ਸੋਚ ਹੋਈ ਹੈ। ਜਿਵੇਂ ਅੰਨਾ ਹਜ਼ਾਰੇ ਜੀ ਨੇ ਮੂਵਮੈਂਟ ਕੀਤੀ ਸੀ ਤੇ ਉਸ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਨਿਕਲ ਕੇ ਆਈ ਜਿਹੜੀ ਇਨਫੈਕਟ ਫॉर द लास्ट 10 years इज़ रूलिंग अपना दिल्ली एंड मेरे हिसाब ਨਾਲ ਸੁਚੱਜੇ ਰੂਪ ਨਾਲ ਕਰ ਰਹੀ ਆ। ਸੋ ਇੱਕ ਨਵੀਂ ਸੋਚ ਪ੍ਰੋਬਬਲੀ ਇੱਥੋਂ ਇੰਨੇ ਵਧੀਆ ਤਰੀਕੇ ਨਾਲ ਆਈ ਮਸਟ ਐਪਰੀਸ਼ੀਏਟ ਐਂਡ ਕਿ ਜਿਹੜੇ ਕਿਸਾਨ ਅੰਦੋਲਨ ਦੇ ਜਿਹੜੇ ਆਪਣਾ ਸਰਪ੍ਰਸਤ ਨੇ ਜਾਂ ਜਿਹੜੇ ਜਿੰਨੇ ਵੀ ਵਿੰਗਸ ਨੇ ਉਹਨਾਂ ਦੇ ਜਿਹੜੇ ਮੇਨ ਆਪਣਾ
ਲੀਡਰਸ ਨੇ ਉਹ ਇੰਨੇ ਵਧੀਆ ਤਰੀਕੇ ਨਾਲ ਇੰਨੇ ਆਰਗੇਨਾਈਜ਼ ਤਰੀਕੇ ਨਾਲ ਇਹ ਸੁਚੱਜੇ ਤਰੀਕੇ ਨਾਲ ਇਸ ਮੂਵਮੈਂਟ ਨੂੰ ਰਨ ਕਰ ਰਹੇ ਨੇ, ਕਿਉਂਕਿ ਤੁਸੀਂ ਦੇਖ ਰਹੇ ਹੋ ਲੱਖਾਂ ਲੋਕ ਇੱਥੇ ਹੈਗੇ ਨੇ, ਪਰ ਇੱਥੇ ਕੋਈ ਅਨਟੋਵਰਡ ਇਨਸੀਡੈਂਟ ਨਹੀਂ ਹੋ ਰਿਹਾ, ਕੋਈ ਹੁੱਲੜਬਾਜ਼ੀ ਨਹੀਂ ਹੋ ਰਹੀ। ਹਾਂ ਠੀਕ ਆ, ਛੋਟ ਮੋਟ ਹਰ ਅੰਦੋਲਨ 'ਚ ਹੁੰਦਾ, ਉਹ ਤਾਂ ਛੋਟੇ ਮੋਟੇ ਮੇਲੇ 'ਚ ਵੀ ਹੁੰਦਾ ਵਾ, ਛੋਟੀ ਮੋਟੀ ਆਪਾਂ ਕੋਈ ਪ੍ਰੋਗਰਾਮ ਹੋਏ ਉਹਦੇ 'ਚ ਹੋ ਜਾਂਦਾ, ਪਰ ਲੇਕਿਨ ਪੀਸਫੁਲ ਤੇ ਅੱਛੇ ਤਰੀਕੇ ਨਾਲ ਇਹ ਸੇਧ ਜਿਹੜੀ ਆ ਇਹਨਾਂ ਦੀ ਜਿਹੜੇ ਲੀਡਰਸ ਨੇ ਔਰ ਇੰਨਾ ਸੋਹਣੇ ਤਰੀਕੇ ਨਾਲ ਵਿਚਾਰ ਕਰਕੇ ਐਵਰੀ ਡੇ ਹਰ ਪੁਆਇੰਟ ਦੇ ਉੱਤੇ ਇੰਨੀ ਸੋਹਣੀ ਤਰੀਕੇ ਨਾਲ ਐਨਲਾਈਜ਼ ਕੀਤਾ ਉਹਨਾਂ ਨੇ। ਇਹ ਮੈਨੂੰ ਨਹੀਂ ਸਮਝ ਆ ਰਿਹਾ ਵੀ ਇਹ ਮੋਦੀ ਸਰਕਾਰ ਨੂੰ ਕੀ ਪ੍ਰੋਬਲਮ ਆ ਐਂਡ ਵਾਈ, ਜਦੋਂ ਕਿਸਾਨ ਕਹਿ ਰਿਹਾ ਵੀ ਸਾਨੂੰ ਇਹ ਬਿੱਲ ਨਹੀਂ ਚਾਹੀਦੇ ਨੇ, ਮੋਦੀ ਸਰਕਾਰ ਇਹ ਦੱਸੇ ਵੀ ਇਹਨਾਂ ਨੂੰ ਵਾਪਸ ਲੈਣ 'ਚ ਇਹਨਾਂ ਦਾ ਕੀ ਨੁਕਸਾਨ ਆ, ਵਾਟ ਇਜ਼ देयर ਇੰਟਰਸਟ। ਉਲਟਾ ਉਹ ਇਹ ਕਹਿ ਰਿਹਾ ਕਿ ਕਿਸਾਨ ਅਨਪੜ੍ਹ ਨੇ, ਇੱਕ ਇਹ ਗੱਲ ਹੈਗੀ ਹੈ, ਤੇ ਦੂਸਰਾ ਇਹ ਜਿਹੜਾ ਮੁੱਦਾ ਹੈਗਾ ਇਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਨਾਪ ਲਿਆ, ਇਹ ਕੰਮ ਸਿਆਸੀ ਲੋਕਾਂ ਦਾ ਸੀਗਾ, ਉਹਨਾਂ ਨੂੰ ਪਿਛਲੇ 70-72 ਸਾਲ ਕਿਉਂ ਨਹੀਂ ਯਾਦ ਆਇਆ ਚੀਜ਼ਾਂ ਬਾਰੇ? ਦੇਖੋ ਜੀ, ਇਸ ਦੇ ਵਿੱਚ ਇਫ ਯੂ ਗੋ ਇਨ ਦ ਬੈਕਗਰਾਊਂਡ, ਜਿੰਨੇ ਇੱਥੇ ਆਪਣਾ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨੇ ਦੱਸਿਆ ਕਿ ਡੇ 1 ਬਿੱਲ ਪੇਸ਼ ਹੋਣ ਤੋਂ ਪਹਿਲਾਂ ਤੋਂ ਉਹ ਹਰ ਪਾਰਟੀ ਨੂੰ ਜਾ ਕੇ ਉਹਨਾਂ ਨੇ ਅਗਾਹ ਕੀਤਾ, ਦੱਸਿਆ ਵੀ ਇਹਦੇ ਕੀ ਨੁਕਸਾਨ ਨੇ, ਪਲੀਜ਼ ਇਹਦੇ ਬਾਰੇ ਕੁਝ ਕਰੋ। ਆਈ ਡੋਂਟ ਵਾਂਟ ਟੂ ਨੇਮ ਐਨੀ ਪਾਰਟੀ, ਲੇਕਿਨ ਸਾਰੀ ਪਾਰਟੀਆਂ ਇਹਦੇ ਵਿੱਚ ਇਨਵੋਲਵ ਸੀਗੀਆਂ। ਇਸੇ ਕਰਕੇ ਕਿਸਾਨਾਂ ਨੇ ਕਿਹਾ ਵੀ ਅਸੀਂ ਆਪਣੇ ਕਿਸਾਨੀ ਦੇ ਝੰਡੇ ਅੰਦਰ ਇਹ ਪ੍ਰੋਟੈਸਟ ਕਰਾਂਗੇ, ਅਸੀਂ ਕਿਸੇ ਪਾਰਟੀ ਨੂੰ ਨਹੀਂ, ਇੱਥੇ ਪਾਰਟੀ ਦਾ ਝੰਡਾ ਨਹੀਂ ਆਉਣ ਦੇਣਾ। ਇੱਥੇ ਕਿਸਾਨਾਂ ਨੇ ਜੱਟਾਂ ਵਾਲੀ ਗੱਲ ਕਰਕੇ ਹਾਂ ਜਾਂ ਨਾ 'ਚ ਜਿਹੜਾ ਮੈਸੇਜ ਦਿੱਤਾ ਸਰਕਾਰ ਨੂੰ, ਉਸ ਗੱਲ ਨੇ ਸਰਕਾਰ ਨੂੰ ਦੁਚਿੱਤੀ 'ਚ ਪਾਇਆ। ਨਹੀਂ ਜੀ, ਮੈਂ ਤਾਂ ਇਹ ਸਮਝੂੰਗਾ ਵੀ ਇਹਦੀ ਦੁਚਿੱਤੀ ਨਹੀਂ ਹੈਗੀ, ਮੇਰੇ ਹਿਸਾਬ ਨਾਲ ਬੇਸ਼ਰਮੀ ਆ, ਤੇ ਇਹ ਝੂਠ ਬੋਲਣ ਲੱਗੇ ਕੋਈ ਪਰਵਾਹ ਨਹੀਂ ਕਰਦੀ ਇਹ ਗਵਰਨਮੈਂਟ। ਐਂਡ ਇਸ ਤੋਂ ਝੂਠੀ ਗਵਰਨਮੈਂਟ ਮੈਂ ਰੀਸੈਂਟ ਹਿਸਟਰੀ ਨਹੀਂ, ਪੂਰੀ ਇੰਡੀਆ ਦੀ ਹਿਸਟਰੀ 'ਚ ਨਹੀਂ ਕਦੇ ਦੇਖੀ। ਲੇਕਿਨ ਕਿਸਾਨ ਵੀਰਾਂ ਨੂੰ ਇਹ ਸ਼ਾਬਾਸ਼ੇ ਇਹਨਾਂ ਦੇ ਕਿ ਇਹੋ ਜਿਹਾ ਤਕੜਾ ਅੰਦੋਲਨ ਕਰਕੇ ਬੈਠੇ ਨੇ, ਇਸ ਮੌਸਮ ਦੇ ਵਿੱਚ ਸਾਰਾ ਕੁਛ ਹੋ ਕਰਕੇ ਸ਼ਾਂਤੀ ਦੇ ਨਾਲ ਬੈਠੇ ਨੇ। ਆਈ ਥਿੰਕ ਹੈਂਡਸ ਆਫ ਟੂ ਦੈਮ। ਔਰ ਇਹ ਜਿਹੜਾ ਵਾ ਇਹ ਆਉਣ ਵਾਲੀਆਂ ਪੁਸ਼ਤਾਂ ਪੀੜ੍ਹੀਆਂ ਇਹ ਕਿਤਾਬਾਂ 'ਚ ਪੜ੍ਹਨਗੀਆਂ ਵੀ ਕਿਸਾਨਾਂ ਨੇ, ਇਹ ਆਲ ਓਵਰ ਵਰਲਡ ਹੋਊਗਾ ਜੀ ਇਹ ਵੀ, ਇਹ ਕਿਸਾਨਾਂ ਨੇ, ਹਿੰਦੁਸਤਾਨ ਦੇ ਕਿਸਾਨਾਂ ਨੇ, ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਇਹੋ ਜਿਹਾ ਅੰਦੋਲਨ ਕੀਤਾ, ਸ਼ਾਂਤੀਮਈ। ਸਰਕਾਰ ਝੁਕੂਗੀ, ਝੁਕਣਾ ਪਊਗਾ, ਦੇਖਦੇ ਹਾਂ। ਇਟਸ ਜਸਟ ਉਹ ਜਿਵੇਂ ਕਹਿੰਦੇ ਨੇ ਘੋਲ ਹੁੰਦਾ ਤੇ ਜੱਫਾ ਪਿਆ ਹੁੰਦਾ, ਹੁਣ ਇਹ ਦੇਖਣਾ ਵੀ ਜਾਫੀ ਕਿਹੜਾ ਪਹਿਲਾਂ ਥੱਕਦਾ ਕਿਹੜਾ ਵਾ, ਹੰਬਦਾ ਕਿਹੜਾ ਵਾ। ਬਸ ਉਹ ਗੱਲ ਆ ਜੀ, ਗੱਲ ਉੱਥੇ ਹੀ ਅੜੀ ਪਈ ਆ, ਹੋਰ ਕੋਈ ਮਸਲਾ ਨਹੀਂ। ਅਕਾਲ ਚੈਨਲ ਦੇ ਸਟੈਂਡ ਤੋਂ ਸਿੰਘ ਬਾਰਡਰ ਦੇ ਨਜ਼ਦੀਕ ਕਰਦਾਸ ਅਜੈਬ ਸਿੰਘ ਗਰਚਾ ਦੇਖਦੇ ਰਹਿਣਾ ਅਕਾਲ ਚੈਨਲ। ਹੋਰ ਨਿਊਜ਼ ਲਈ, ਹੋਰ ਖਬਰਾਂ ਲਈ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।